ਜਿੰਦਰਦੀਪ ਭਾਜੀ, ਅਕਾਲੀ ਦਲ ਦਾ ਕੀ ਸਟੈਂਡ ਹੈ? ਕਿ ਅਕਾਲੀ ਦਲ ਨੂੰ ਇਤਰਾਜ਼ ਹੈ ਜੇ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਜਾਂਦਾ ਹੈ, ਹਰ ਜਗ੍ਹਾ ਭਾਰਤ ਆਵੇ, ਜਿਵੇਂ ਸੱਦੇ ਪੱਤਰ 'ਚ ਆ ਗਿਆ ਦ ਪ੍ਰੈਜ਼ੀਡੈਂਟ ਆਫ ਭਾਰਤ? ਨਹੀਂ ਦੇਖੋ, ਇਤਰਾਜ਼ ਵਾਲੀ ਤਾਂ ਕੋਈ ਐਸੀ ਗੱਲ ਨਹੀਂ, ਪਰ ਐਡਾ ਵੱਡਾ ਡਿਸੀਜਨ ਜਦੋਂ ਕੋਈ ਲੈਂਦਾ ਹੈ, ਸੈਂਟਰਲ ਗਵਰਨਮੈਂਟ ਲੈ ਰਹੀ ਹੈ, ਪਰ ਆਮ ਲੋਕ ਇਹ ਸੋਚਦੇ ਜ਼ਰੂਰ ਹੈ ਯਾਰ ਵਜ੍ਹਾ ਕੀ ਹੈ, ਕੀ ਵਜ੍ਹਾ ਹੈ ਕਿ ਇਹ ਐਡਾ ਵੱਡਾ ਡਿਸੀਜਨ ਲਿਆ ਜਾ ਰਿਹਾ, ਉਹ ਵੀ ਜਦੋਂ ਇਲੈਕਸ਼ਨ 6-7 ਮਹੀਨੇ ਰਹਿ ਗਏ ਪਾਰਲੀਮੈਂਟ ਦੇ, ਔਰ ਉਦੋਂ ਜਦੋਂ 26-27 ਪਾਰਟੀਆਂ ਦਾ ਜਿਹੜੀਆਂ ਵਿਰੋਧੀ ਧਿਰਾਂ ਦਾ ਇੱਕ ਅਲਾਇੰਸ ਗਠਬੰਧਨ ਬਣਨ ਜਾ ਰਿਹਾ ਜਾਂ ਬਣ ਗਿਆ, ਜਾਂ ਕਿੰਨਾ ਕੁ ਕਾਮਯਾਬ ਹੁੰਦਾ ਮੈਂ ਉਹਦੇ 'ਚ ਨਹੀਂ ਜਾਂਦਾ, ਉਹਨੇ ਇੰਡੀਆ ਨਾਂ ਰੱਖਤਾ, ਇੱਕ ਪਰਸੈਪਸ਼ਨ ਜੀ, ਇੱਕ ਚਰਚਾ ਇਹ ਤਾਂ ਜ਼ਰੂਰ ਚੱਲੂ, ਸ਼ਾਇਦ ਉਸ ਗੱਲ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਘਬਰਾਹਟ ਹੈ, ਮਤਲਬ ਇਹ ਗੱਲ ਇੱਕ ਚਰਚਾ 'ਚ, ਸਾਨੂੰ ਇਸ ਚੀਜ਼ ਦਾ ਨਹੀਂ ਫਰਕ ਪੈਂਦਾ, ਪਰ ਹਾਂ ਜੇ ਇਸ ਚੀਜ਼ ਨੂੰ ਤੁਸੀਂ ਪੋਲਰਾਈਜ਼ ਬੰਨੀ ਲੈ ਕੇ ਜਾਂਦੇ ਹੋ, ਨਾਰਥ ਵਰਸਸ ਸਾਊਥ ਕਰਨਾ ਚਾਹੁੰਦੇ ਹੋ, ਜਾਂ ਜਿਹੜੀਆਂ ਮਾਈਨੋਰਟੀਜ਼ ਹੈ ਉਹਨਾਂ ਨੂੰ ਕੁਝ ਹੋਰ ਮੈਸੇਜ ਦੇਣਾ ਚਾਹੁੰਦੇ ਹੋ, ਸਾਨੂੰ ਫਿਰ ਇਤਰਾਜ਼ ਹੈ। ਤੁਸੀਂ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਦੀ ਗੱਲ ਕੀਤੀ ਕਿ ਜੀ ਇਹ ਭਾਰਤ ਵਰਡ ਯੂਜ਼ ਹੋਣਾ ਚਾਹੀਦਾ। ਮੋਹਨ ਭਾਗਵਤ ਜੀ ਤਾਂ ਇੱਕ ਤੋਂ ਵੱਧ ਹਰ ਸਾਲ 2-3 ਵਾਰੀ ਇਹ ਵੀ ਸਟੇਟਮੈਂਟ ਦਿੰਦੇ ਹੈ ਕਿ ਜਿੰਨੀਆਂ ਵੀ ਮਾਈਨੋਰਟੀਜ਼ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਮੁਸਲਮਾਨ ਹੈ, ਤੇ ਭਾਵੇਂ ਉਹ ਕ੍ਰਿਸਚਨ ਹੈ, ਉਹ ਸਾਰੇ ਹਿੰਦੂਆਂ ਦੇ ਵਿੱਚੋਂ ਹੀ ਆਏ ਆ, ਹਿੰਦੂ ਹੀ ਸੀ, ਇਹਨਾਂ ਹਿੰਦੂ ਹੀ ਹੈ। ਬਈ ਹੁਣ ਹੋ ਸਕਦਾ ਹੈ ਤੁਸੀਂ ਜਾਓ ਇਹਨਾਂ ਦੇ ਇਤਿਹਾਸ ਦੇ ਵਿੱਚ, ਇਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦੀ ਹੈ, ਪਰ ਅੱਜ ਸਭ ਦੀ ਆਪਦੀ ਆਇਡੈਂਟੀਟੀ ਹੈ। ਜੇ ਸਿੱਖ ਧਰਮ ਦੀ ਗੱਲ ਕਰੀਏ, 350 ਸਾਲ ਤੋਂ ਪੁਰਾਣਾ ਇਹ ਧਰਮ ਹੋ ਗਿਆ, ਉਸ ਦੀ ਇੱਕ ਆਇਡੈਂਟੀਟੀ ਹੈ। ਜੇ ਤੁਸੀਂ ਉਹਨਾਂ ਨੂੰ ਅੱਜ ਉਵੇਂ ਹਿੰਦੂ ਕਹਿ ਕੇ ਕਹੋਗੇ ਤੇ ਉਹ ਸਿੱਖਾਂ ਨੂੰ ਮਾਨਿਆ ਨਹੀਂ ਹੈ। ਪਤਾ ਨਹੀਂ ਕਿਉਂ ਮੋਹਨ ਭਾਗਵਤ ਜੀ ਵਾਰੀ-ਵਾਰੀ ਇਹ ਗੱਲ ਕਰਦੇ ਆ, ਤੇ ਉਹ ਗੱਲ ਫਿਰ ਮਿਨੋਰਟੀਜ਼ ਦੇ ਦਿਮਾਗ 'ਚ ਜਾਂਦੀ ਹੈ, ਰਾਸ਼ਟਰਵਾਦ ਦੀ ਗੱਲ ਕਰਦੇ। ਮੈਂ ਥੋੜਾ ਹੋਰ ਕਲੀਅਰ ਚਾਹੁੰਦਾ, ਮੈਂ ਦੇਖੋ ਕਾਂਗਰਸ ਨਹੀਂ ਦੀਪਾ ਜੀ, ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਿਹਾ, ਮੈਂ ਜੈਬੰਸ਼ ਜੀ ਤੋਂ ਤੁਹਾਡੀ ਗੱਲ ਦਾ ਜਵਾਬ ਲਵਾਂਗਾ, पर मेरा एक सवाल है, क्योंकि कंफ्यूजन ना रहे, आम आदमी पार्टी बहुत क्लियर कट विरोध कर रही है, कांग्रेस बहुत क्लियर कट विरोध कर रही है, अकाली दल स्टैंड स्पष्ट कर दे कि इस दे विरोध दे विच हो कि नहीं हो, कि जे कोई बिल या मता लियांदा जांदा पार्लीमेंट दे विच तां अकाली दल इसदा नाल खड़ेगा बीजेपी दे या इस दे अगेंस्ट होएगा? देखो गौरव जी, ये तो चीज जो आऊगी सामने, किस तरह का मता है उस तरह का ही पार्टी प्रेजिडेंट साडी कोर कमेटी फैसला करूगी। मैं उस ते अज नहीं टिप्पणी कर सकता, ਜਿਹੜੀ ਚੀਜ਼ ਅਜੇ ਆਈ ਨਹੀਂ, ਆਪਾਂ ਉਹਦੇ ਬਾਰੇ ਕਹਿਣਾ ਮੇਰੇ ਲਈ ਠੀਕ ਨਹੀਂ ਹੈਗਾ। ਪਰ ਮੋਟੀ ਗੱਲ ਹੈ, ਕੋਈ ਵੀ ਚੀਜ਼ ਐਡਾ ਵੱਡਾ ਕੋਈ ਚੀਜ਼ ਹੁੰਦੀ ਹੈ ਤਾਂ ਉਹਦੀ ਵਜ੍ਹਾ ਜੋ ਲੋਕ ਜ਼ਰੂਰ ਸਮਝਣਾ ਚਾਹਣਗੇ ਵੀ ਕੀ ਵਜ੍ਹਾ ਹੈ। ਅੱਜ ਜੋ ਵਜ੍ਹਾ ਸਮਝ ਆ ਰਹੀ ਹੈ ਕਿ ਸ਼ਾਇਦ ਇੰਡੀਆ ਦੇ ਅਲਾਇੰਸ ਤੋਂ ਸਾਨੂੰ ਘਬਰਾਹਟ ਹੈ, ਘਬਰਾਹਟ ਹੋਣੀ ਨਹੀਂ ਚਾਹੀਦੀ। ਨਰਿੰਦਰ ਮੋਦੀ ਜੀ ਦਾ ਨਾਂ ਹੋਵੇ, 10 ਸਾਲ ਦੀ ਸਰਕਾਰ ਚਲਾ ਰਹੇ ਹੈ, ਦੇਸ਼ ਵਿਦੇਸ਼ ਐਡਾ ਵੱਡਾ ਨਾਂ ਹੈ, ਫੁੱਲ ਮੈਜੋਰਟੀ ਹੈ, ਔਰ ਕਹਿ ਰਹੇ ਹੈ ਕਿ ਅਸੀਂ ਉਸ ਤੋਂ ਵੀ ਵੱਡੀਆਂ ਲੈ ਕੇ ਆਵਾਂਗੇ, ਨਾਲ ਅਮਿਤ ਸ਼ਾਹ ਹੈ, ਐਡਾ ਵੱਡਾ ਇਹਨਾਂ ਦਾ ਸਟਰਕਚਰ ਹੈ, ਘਬਰਾਹਟ ਹੋਣੀ ਨਹੀਂ ਚਾਹੀਦੀ। ਭਾਵੇਂ ਇਹ ਨਹੀਂ ਮੰਨਣਗੇ ਸਾਨੂੰ ਕੋਈ ਘਬਰਾਹਟ ਹੈ, ਪਰ ਲੋਕਾਂ ਦੇ ਵਿੱਚ ਇਹ ਜਾ ਰਹੀ ਹੈ, ਪਰਸੈਪਸ਼ਨ ਬਣ ਰਹੀ ਹੈ ਕਿ ਇਹਨੂੰ ਇੰਡੀਅਨ ਵਰਡ ਦੇ ਨਾ ਹੀ ਹੈ। ਬਿਲਕੁਲ ਠੀਕ ਹੈ, ਚਲੋ ਮੈਂ ਇੱਕ ਵਾਰੀ ਜਵਾਬ ਲੈਣਾ, ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਨਫੈਕਟ ਸਾਰੇ ਪੈਨਲਿਸਟ ਇਹ ਕਹਿ ਰਹੇ ਨੇ ਕਿ ਦੋ ਪਾਰਟੀਆਂ ਤਾਂ ਉਸ ਅਲਾਇੰਸ ਦੇ ਵਿੱਚ ਸ਼ਾਮਲ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਤਾਂ ਡਾਇਰੈਕਟਲੀ ਕਹਿ ਰਹੇ ਨੇ ਕਿ ਅਲਾਇੰਸ ਦੀ ਵਜ੍ਹਾ ਦੇ ਨਾਲ ਇਹ ਬਦਲਿਆ ਗਿਆ ਨਾਮ, ਜਾਂ ਫਿਰ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ। ਜੈਬਾਨ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਜੈਬਾਨ ਜੀ, ਆਵਾਜ਼ ਆ ਰਹੀ ਹੈ ਮੇਰੀ? ਅਰਸ਼ਪ੍ਰੀਤ ਜੀ, ਮੈਨੂੰ ਤੇ ਗੌਰਵ ਜੀ ਦੀ ਆਵਾਜ਼ ਨਹੀਂ ਆ ਰਹੀ। ਅਗਰ ਮੇਰੇ ਕੋਲੋਂ ਪੁੱਛ ਰਹੇ ਤੇ ਮੈਨੂੰ ਦੱਸ ਦਿਓ, ਮੈਂ ਜਵਾਬ ਦੇਣਾ। ਅੱਛਾ, ਉਹਨਾਂ ਦੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ, ਠੀਕ ਹੈ। ਚਲੋ ਮੈਂ ਤਾਂ ਤੁਹਾਡੀ ਸਟੇਟਮੈਂਟ ਅਰਸ਼ਪ੍ਰੀਤ ਜੀ ਨੂੰ ਵੀ ਤੁਸੀਂ ਸੁਣਿਆ ਹੋਏਗਾ, ਬਾਕੀ ਗੈਸਟ ਨੂੰ ਸੁਣਿਆ ਹੋਏਗਾ। ਆਵਾਜ਼ ਨਹੀਂ ਆ ਰਹੀ ਮੈਨੂੰ ਗੌਰਵ ਜੀ, ਤੁਹਾਡੀ ਮੈਨੂੰ ਅਰਸ਼ਪ੍ਰੀਤ ਜੀ ਦੀ ਆ ਗਈ ਸੀਗੀ, ਕੰਗ ਜੀ ਦੀ ਆ ਗਈ ਸੀਗੀ। ਤੁਸੀਂ ਅਰਸ਼ਪ੍ਰੀਤ ਜੀ ਆਸਕਿੰਗ ਨਹੀਂ, ਇਹ ਸਿਰਫ ਤੁਹਾਨੂੰ ਹੀ ਪੁੱਛ ਰਹੇ ਜੀ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ। ਹਾਂ, ਨਹੀਂ ਆਵਾਜ਼ ਨਹੀਂ ਆ ਰਹੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡੇ ਤੋਂ ਤਾਂ ਸਾਰੇ ਜਿਹੜੇ ਸਵਾਲ ਨੇ ਉਹਨਾਂ ਦਾ ਜਿਹੜਾ ਜਵਾਬ ਲੈਣਾ ਹੈ। ਖੜਿਆਲ ਸਾਹਿਬ, ਇੱਕ ਬਹੁਤ ਛੋਟੀ ਜਿਹੀ ਸਟੇਟਮੈਂਟ, ਮੈਂ ਉਸ ਤੋਂ ਬਾਅਦ ਅੱਗੇ ਵਧਦਾ ਹੈ। ਖੁੱਲ ਕੇ ਵਿਰੋਧ ਕਰੋਗੇ ਜੇਕਰ ਇਸ ਦੇ ਉੱਤੇ ਕੋਈ ਬਿੱਲ ਮਤਾ ਲਿਆਂਦਾ ਗਿਆ? ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਮੈਂ ਸਵਾਲ ਕੀਤੇ ਹੈ, ਇਹ ਪੂਰੇ ਦੇਸ਼ ਦੇ ਸਵਾਲ ਹੈ ਵੀ ਬੀਜੇਪੀ ਜਿਹੜੀ ਹੈਗੀ ਹੈ 9 ਸਾਲ ਪਹਿਲਾਂ ਇਹ ਚੀਜ਼ ਨੂੰ ਕਿਉਂ ਨਹੀਂ ਇਹਨਾਂ ਨੇ ਕੀਤਾ ਜੇ ਗੁਲਾਮੀ ਦਾ ਪ੍ਰਤੀਕ ਹੈ। ਨੰਬਰ 1। ਨੰਬਰ 2, ਭਾਰਤੀ ਜਨਤਾ ਪਾਰਟੀ ਜਿਹੜੇ ਕਦਮ ਚੱਕ ਰਹੀ ਹੈ ਨਾ ਗੌਰਵ ਜੀ, ਟਾਈਮਿੰਗ ਨੂੰ ਤੁਸੀਂ ਦੇਖੋਗੇ, ਜਦੋਂ ਇੰਡੀਆ ਅਲਾਇੰਸ ਅਸੀਂ ਡਿਕਲੇਅਰ ਕੀਤਾ, ਅਨਾਉਂਸਮੈਂਟ ਕੀਤੀ ਕਿ ਆ ਸਾਡੀ ਅਲਾਇੰਸ ਦਾ ਨਾਮ ਹੈ, ਉਦੋਂ ਕੁਝ ਟਾਈਮ ਬਾਅਦ ਇਹਨਾਂ ਨੇ ਇੰਡੀਆ ਨੂੰ ਭਾਰਤ ਕਰਤਾ।
ਤੇ ਕੀਤਾ ਵੀ ਕਿਸੇ ਤੋਂ ਬਗੈਰ ਪੁੱਛੇ, ਬਗੈਰ ਕੰਸਲਟ ਕੀਤੇ। ਮੈਨੂੰ ਸ਼੍ਰੋਮਣੀ ਅਕਾਲੀ ਦਲ ਤੇ ਹੈਰਾਨੀਅਤ ਇਹ ਹੈ ਗੌਰਵ ਜੀ ਕਿ ਪਾਰਲੀਮੈਂਟ ਇਨੋਗ੍ਰੇਸ਼ਨ ਵਾਲੇ ਵੀ ਸਪੋਰਟ ਕੀਤੀ, ਹਾਲਾਂਕਿ 21 ਪੋਲੀਟੀਕਲ ਪਾਰਟੀਆਂ ਨੇ ਬਾਇਕਾਟ ਕੀਤਾ। ਵਨ ਨੇਸ਼ਨ ਵਨ ਇਲੈਕਸ਼ਨ ਤੇ ਵੀ ਬੀਜੇਪੀ ਨੂੰ ਸਪੋਰਟ ਕੀਤਾ, ਹਾਲਾਂਕਿ ਸਭ ਤੋਂ ਵੱਡਾ ਖਤਰਾ ਹੀ ਸਟੇਟ ਪਾਰਟੀਆਂ ਲਈ ਹੈ, ਸੂਬੇ ਦੀਆਂ ਪਾਰਟੀਆਂ ਲਈ। ਵਨ ਨੇਸ਼ਨ ਵਨ ਇਲੈਕਸ਼ਨ ਤੇ ਪ੍ਰੈਜ਼ੀਡੈਂਟ ਤੋਂ ਭਾਰਤ ਹੋ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਬੁਖਲਾਹਟ ਹੈ ਬੀਜੇਪੀ ਦੀ। ਬੀਜੇਪੀ ਨੇ ਨਹੀਂ ਕਿਹਾ ਵੀ ਬੁਖਲਾਹਟ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਬੀਜੇਪੀ ਨੂੰ ਕੋਈ ਬੁਖਲਾਹਟ ਨਹੀਂ ਹੈ। ਵਕੀਲ ਬਣ ਕੇ ਉਹਨਾਂ ਦੀ ਪੂਰੀ ਰਿਪਰੈਜ਼ੈਂਟੇਸ਼ਨ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇਕੱਠੇ ਹੈ ਤੇ ਇਕੱਠੇ ਰਹਿਣਗੇ। ਡਿਕਲੇਅਰ ਕਰਨ ਨਾ ਕਰਨ ਦਿਖਦਾ ਜ਼ਰੂਰ ਹੈ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਇੰਨੀ ਗੱਲ ਦੱਸ ਦੇ ਕਿ ਤੁਹਾਡਾ ਜਿਹੜਾ ਰਿਪੋਰਟ ਕਾਰਡ ਹੈ ਜੋ ਤੁਸੀਂ ਲੋਕਾਂ ਕੋਲ ਲੈ ਕੇ ਜਾਂਦੇ ਹੋ ਤੇ ਉਹਦੇ ਵਿੱਚ ਨੇਮ ਚੇਂਜਿੰਗ ਸਪਰੀ ਸਭ ਤੋਂ ਉੱਤੇ ਆਉਂਦਾ ਗੌਰਵ ਜੀ। ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਦੱਸਣ ਇੱਥੇ ਜੈਮਨ ਸਾਹਿਬ ਕਿੰਨਾ ਖਰਚਾ ਕਰਤਾ ਅੱਜ ਤੱਕ ਨਾਮ ਹੀ ਬਦਲਣ ਤੇ। ਰੇਲਵੇ ਸਟੇਸ਼ਨਾਂ ਤੋਂ ਲੈ ਕੇ ਮਿਊਜ਼ੀਅਮ ਤੋਂ ਲੈ ਕੇ ਸਟੇਡੀਅਮਸ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਸ਼ਹਿਰਾਂ ਤੋਂ ਲੈ ਕੇ ਕਾਨੂੰਨ ਆਈਪੀਸੀ ਸੀਆਰਪੀਸੀ ਐਵੀਡੈਂਸ ਐਕਟ ਮਤਲਬ ਬਖਸ਼ਦੇ ਕਿਸੇ ਨੂੰ ਤਾਂ ਬਖਸ਼ਦੇ ਭਾਰਤੀ ਜਨਤਾ ਪਾਰਟੀ। ਇਹ ਦੇਸ਼ ਹੈ, ਲੋਕਤਾਂਤਰਿਕ ਤਰੀਕੇ ਹੈ, ਤੁਸੀਂ ਕਿਸੇ ਨੂੰ ਪੁੱਛਦੇ ਨਹੀਂ ਕਰਦੇ ਨਹੀਂ ਸਿੱਧਾ ਥੋਪ ਦਿੰਦੇ ਹੋ। ਠੀਕ ਹੈ, ਮੇਰੀ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਆਪਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ, ਪਰ ਮੈਂ ਇੱਕ ਵਾਰ ਰੁਕ ਕਰਦਾ ਕੰਗ ਸਾਹਿਬ ਦਾ, ਇੱਕ ਵਾਰੀ ਕੰਗ ਜੀ ਦਾ ਰੁਕ ਕਰਦਾ। ਕੰਗ ਜੀ ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਸਵਾਲ ਇਹ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਨਾਮ ਬਦਲੇ ਨੇ, ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ, ਇਨਫੈਕਟ ਬਹੁਤ ਸਾਰੇ ਦੇਸ਼ਾਂ ਦਾ ਮੈਂ ਨਾਮ ਲਿਆ, ਹਾਲੈਂਡ ਦਾ, ਟਰਕੀ ਦਾ, ਉਸ ਤੋਂ ਬਾਅਦ ਬਰਮਾ ਦਾ, ਸ਼੍ਰੀਲੰਕਾ ਦਾ ਨਾਮ ਚੇਂਜ ਹੋਇਆ। ਕਿ ਬਾਕੀ ਇਹ ਬਹੁਤ ਉਸ ਤਰੀਕੇ ਨਾਲ ਦੇਖਿਆ ਜਾਵੇ, ਬੇਸ਼ੱਕ ਜਿਹੜੇ ਆਪਾਂ ਦੇਸ਼ ਵਾਸੀ ਬਹੁਤ ਇਮੋਸ਼ਨਲੀ ਵੀ ਦੇਸ਼ ਭਗਤੀ ਦਾ ਮੁੱਦਾ ਹੋ ਜਾਂਦਾ, ਉਸ ਦੇ ਨਾਲ ਅਟੈਚਡ ਹੁੰਦੇ ਆ, ਤੁਹਾਨੂੰ ਲੱਗਦਾ ਕਿ ਵਾਕਈ ਉਸ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ? ਨਹੀਂ, ਇਹ ਸਿਰਫ ਕਿਸੇ ਸ਼ਹਿਰ ਦਾ ਨਾਮ ਬਦਲਣ ਵਾਲੀ ਗੱਲ ਨਹੀਂ ਜੀ। ਉਹ ਤੇ ਭਾਜਪਾ ਨੇ ਆਲਰੇਡੀ ਬਹੁਤ ਸਾਰੇ ਨਾਮ ਬਦਲੇ ਆ। ਇਹ ਤੇ ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ ਹੈ, ਉਹਦਾ ਆਰਟੀਕਲ 1 ਉਹਦੇ ਚ ਇੰਡੀਆ ਅਵਲੀਕ ਭਾਰਤ ਦੋਨੋਂ ਸ਼ਬਦ ਆਏ ਆ। ਜਿਹੜੀ ਸਾਡੀ ਸ਼ੁਰੂਆਤ ਸ਼ਬਦ ਹੈ ਉਹ ਇੰਡੀਆ ਹੈ, ਜਿਹੜਾ ਸਾਡਾ ਪ੍ਰੀਐਮਬਲ ਹੈ ਵੀ ਦਾ ਪੀਪਲ ਆਫ ਇੰਡੀਆ। ਇਹ ਤੇ ਸਾਰਾ ਮਤਲਬ ਇਹ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੁੰਦੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਮੋਹਨ ਭਾਗਵਤ ਜੀ ਨੇ ਸਟੇਟਮੈਂਟ ਦਿੱਤੀਆਂ ਹੈ ਕਿ ਇੰਡੀਆ ਬਦਲ ਦੇਣਾ ਚਾਹੀਦਾ, ਤੇ ਉਹ ਔਨ ਰਿਕਾਰਡ ਹੈ ਨਾ, ਲੁਕੀ ਛੁਪੀ ਗੱਲ ਨਹੀਂ। ਇਮੀਡੀਏਟਲੀ ਕਾਰਨ ਇਹ ਬਣਿਆ ਇਹਨਾਂ ਨੂੰ ਨਫ਼ਰਤ ਹੋ, ਜਿਸ ਦਿਨ ਤੋਂ ਇੰਡੀਆ ਅਲਾਈਅੰਸ ਬਣਿਆ। ਹਾਲਾਂਕਿ ਇੰਡੀਆ ਅਲਾਈਅੰਸ ਦੇ ਥੱਲੇ ਇੱਕ ਸਲੋਗਨ ਹੈ, ਜੋੜੇਗਾ ਇੰਡੀਆ ਜੀਤੇਗਾ ਭਾਰਤ। ਮੈਨੂੰ ਲੱਗਦਾ ਉਹ ਬੀਜੇਪੀ ਵਾਲੇ ਪੜ੍ਹ ਨਹੀਂ ਪਾਏ। ਇਹ ਬੁਖਲਾਹਟ ਵੀ ਆ, ਘਬਰਾਹਟ ਵੀ ਆ, ਔਰ ਇਹਨਾਂ ਦੀ ਜਿਹੜੀ ਭਾਰਤ ਦਲਿਤ ਭਾਈਚਾਰੇ ਦੀ ਔਰ ਖਾਸ ਕਰ ਅੰਬੇਡਕਰ ਸਾਹਿਬ ਦੇ ਪ੍ਰਤੀ ਜਿਹੜੀ ਨਫ਼ਰਤ ਹੈ, ਤੁਸੀਂ ਇਤਰਾਜ਼ ਦੇ ਉੱਤੇ ਨਾ ਸਾਹਮਣੇ ਆਈ। ਔਰ ਅਨਫੋਰਚੂਨੇਟਲੀ ਤੁਸੀਂ ਇਤਰਾਜ਼ ਦੇ ਉੱਤੇ ਕੰਗ ਜੀ ਬਹੁਤ ਛੋਟਾ ਜਿਹਾ ਸਟੇਟਮੈਂਟ ਦੇ ਦਿਓ। ਅਨਫੋਰਚੂਨੇਟਲੀ ਜੇ ਮੈਂ ਇਤਰਾਜ਼ ਦੇ ਉੱਪਰ ਕਹਿ ਰਿਹਾ ਕਿ ਸਿਰਫ ਉਸ ਇਨਵੀਟੇਸ਼ਨ ਲੈਟਰ ਦੇ ਉੱਤੇ ਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ, ਤੁਹਾਨੂੰ ਲੱਗਦਾ ਕਿ ਇਹ ਬਿਲਕੁਲ ਉਸੇ ਰਾਹ ਦੇ ਉੱਤੇ ਤੁਰ ਪਏ ਨੇ? ਸੈਂਟਰ ਦੀ ਸਰਕਾਰ ਕੀ ਬਦਲ ਕੇ ਰੱਖ ਦੇਣਗੇ, ਇੰਡੀਆ ਸ਼ਬਦ ਹਟਾ ਦਿੱਤਾ ਜਾਏਗਾ? ਕਿਉਂਕਿ ਬੀਜੇਪੀ ਇਹ ਵੀ ਕਹਿ ਰਹੀ ਹੈ ਕਿ ਇੰਡੀਆ ਭਾਰਤ ਦੋਵੇਂ ਸ਼ਬਦਾਂ ਦਾ ਇਸਤੇਮਾਲ ਹੋਇਆ, ਤੁਸੀਂ ਉਸ ਦਾ ਜ਼ਿਕਰ ਕਰ ਰਹੇ ਹੋ, ਤਾਂ ਫੁੱਲ ਸਟਾਪ ਉੱਥੇ ਠੀਕ ਹੈ। ਆਪਾਂ ਦਾ ਪ੍ਰੈਜ਼ੀਡੈਂਟ ਆਫ ਭਾਰਤ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੋਵੇਂ ਲਿਖ ਸਕਦੇ ਸੀ। ਨਹੀਂ, ਜਦੋਂ ਅਸੀਂ ਇੰਗਲਿਸ਼ ਚ ਲਿਖਦੇ ਆ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ, ਜਦੋਂ ਹਿੰਦੀ ਚ ਲਿਖਦੇ ਆ ਭਾਰਤ ਦੇ ਰਾਸ਼ਟਰਪਤੀ। ਇਹ ਫਰਕ ਹੈ ਔਰ ਇਹ ਚੂੰਡੀਆਂ ਵੜਦੇ ਹੁੰਦੇ ਆ। ਇਹ ਦੇਖਦੇ ਆ ਲੋਕ, ਤੁਸੀਂ ਆਬਜੈਕਸ਼ਨ ਤੁਹਾਨੂੰ ਲੱਗਦਾ ਕਿ ਇਹ ਗਲਤ ਵੀ ਹੈ? ਤੁਹਾਨੂੰ ਲੱਗਦਾ ਕਿ ਇਹ ਗਲਤ ਵੀ ਹੈ? ਕਿਸਾਨੀ ਇਹ ਬਹੁਤ ਖਤਰਨਾਕ ਹੈ, ਗਲਤ ਨਹੀਂ ਕਹਿ ਰਿਹਾ ਮੈਂ ਖਤਰਨਾਕ ਸ਼ਬਦ ਵਰਤ ਰਿਹਾ। ਔਰ ਅਨਫੋਰਚੂਨੇਟਲੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਵਾਲੀ ਅਕਾਲੀ ਦਲ, ਜਿਹੜੀ ਕਿ ਅਕਾਲੀ ਦਲ ਬਾਦਲ ਹੋ ਗਈ ਆ, ਉਹ ਇਹਦਾ ਵਿਰੋਧ ਨਹੀਂ ਕਰ ਰਹੇ। ਔਰ ਸਭ ਤੋਂ ਅਫਸੋਸ ਵਾਲੀ ਗੱਲ ਹੈ ਕਿ ਆਪਣੇ ਰਾਜਨੀਤਿਕ ਹਿੱਤ ਵਾਸਤੇ ਬੀਜੇਪੀ ਨਾਰਾਜ਼ ਨਾ ਹੋ ਜੇ। ਅੱਜ ਵੀ ਅਕਾਲੀ ਦਲ ਬਾਦਲ ਐਡੀ ਵੱਡੀ ਜਿਹੜੀ ਸਾਜ਼ਿਸ਼ ਭਾਜਪਾ ਕਰ ਰਹੀ ਹੈ ਭਾਰਤ ਦੇ ਸੰਵਿਧਾਨ ਨਾਲ, ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਵਿਧਾਨ ਨਾਲ, ਜਿਸ ਚ ਜਿਹੜੇ ਕਿ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਅਕਾਲੀ ਦਲ ਉਹਦਾ ਸਪੋਰਟ ਕਰ ਰਿਹਾ। ਇਹ ਬਹੁਤ ਖਤਰਨਾਕ ਗੱਲ ਹੈ। ਦੀਪਾ ਜੀ। ਗੌਰਵ ਜੀ, ਮੈਨੂੰ ਲੱਗਦਾ ਦੋਵਾਂ ਭਰਾਵਾਂ ਨੇ ਜਿਹੜੇ ਚਲੋ ਇਕੱਠੇ ਇਹਨਾਂ ਦਾ ਗਠਬੰਧਨ ਹੋ ਗਿਆ ਹੈ, ਇਹਨਾਂ ਨੇ ਹੁਣ ਵਿਜੀਲੈਂਸ ਦੇ ਕੇਸ ਵੀ ਪਿੱਛੇ ਪਾ ਦੇਣੇ ਆ, ਸਟੇਜਾਂ ਵੀ ਸਾਂਝੀਆਂ ਕਰਨੀਆਂ, ਉਹ ਸਾਰਾ ਕੁਝ ਠੀਕ ਹੈ, ਸਮਝ ਆ ਰਹੀ ਹੈ। ਪਰ ਮੇਰੀ ਗੱਲ ਤੇ ਇਹਨਾਂ ਨੂੰ ਸਮਝ ਨਹੀਂ ਆ ਰਹੀ। ਮੈਂ ਬਿਲਕੁਲ ਕਿਹਾ ਕਿ ਬੀਜੇਪੀ ਚ ਐਂ ਲੱਗ ਰਿਹਾ, ਆਮ ਲੋਕਾਂ ਨੂੰ ਇਹ ਲੱਗੇਗਾ ਕਿ ਇਹਨਾਂ ਚ ਘਬਰਾਹਟ ਹੈ। ਜਿਹੜੀਆਂ 26 27 28 ਪਾਰਟੀਆਂ ਨੇ ਇੱਕ ਗਠਬੰਧਨ ਬਣਾਇਆ ਇੰਡੀਅਨ ਨਾਂ ਦਾ,
ਉਸ ਕਰਕੇ ਇਹਨਾਂ 'ਚ ਘਬਰਾਹਟ ਹੈ। ਸ਼ਾਇਦ ਇਹ ਇੰਡੀਆ ਦਾ ਨਾਂ ਤਾਂ ਭਾਰਤ ਕਰ ਰਿਹਾ। ਮੈਂ ਕਿਹਾ ਮਿਸਟਰ ਖੜਿਆਲ ਸਮਝ ਆ ਗਈ ਮੇਰੀ ਗੱਲ? ਉਹ ਕੰਗ ਜੀ ਬੋਲ ਰਹੇ ਸੀ ਤੁਹਾਨੂੰ, ਕੰਗ ਜੀ ਜ਼ਿਕਰ ਕਰ ਰਹੇ ਸੀ ਉਸ ਚੀਜ਼ ਦਾ। ਨਹੀਂ ਪਰ ਉਹ ਕਹਿ ਰਹੇ ਕਿ ਤੁਸੀਂ ਕਲੀਅਰ ਨਹੀਂ ਦੱਸ ਰਹੇ, ਉਹ ਤੁਹਾਡੇ ਉੱਤੇ ਇਹੀ ਕਹਿ ਰਹੇ ਨੇ, ਕਹਿੰਦੇ ਤੁਸੀਂ ਕਲੀਅਰ ਨਹੀਂ ਦੱਸ ਰਹੇ ਕਿ ਤੁਸੀਂ ਇਸ ਦੇ ਅਗੇਂਸਟ ਹੋ ਜਾਂ ਨਹੀਂ ਹੋ। ਦੇਖੋ ਅਗੇਂਸਟ ਅਜੇ ਕੋਈ ਆਵੇ ਤਾਂ ਅਸੀਂ ਚੀਜ਼ ਸਾਹਮਣੇ, ਮੈਂ ਤਾਂ ਪਹਿਲੇ ਕਹਿ ਰਿਹਾ ਅਸੀਂ ਤਾਂ ਇਹ ਕਹਿ ਰਹੇ ਹਾਂ ਇਸ ਚੀਜ਼ ਦੀ ਜ਼ਰੂਰਤ ਕੀ ਸੀਗੀ, ਸਾਨੂੰ ਵਜ੍ਹਾ ਤਾਂ ਸਮਝ ਆਵੇ, ਸਾਨੂੰ ਸ਼ਾਇਦ ਸਾਨੂੰ ਕੋਈ ਸਮਝ ਆ ਜੇ। ਅਸੀਂ ਮੈਂ ਅੱਜ ਹੀ ਕਹਾਂ ਮੈਂ ਜੀ ਅਸੀਂ ਉਹ ਅਗੇਂਸਟ ਹਾਂ, ਪਰ ਅਸੀਂ ਜੇ ਵਜ੍ਹਾ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਹੈ ਜਾਂ ਉਹਨਾਂ ਦਾ ਉਸ ਤਰ੍ਹਾਂ ਦੀ ਪੋਲਰਾਈਜੇਸ਼ਨ ਹੈ ਜਾਂ ਮਾਈਨੋਰਟੀਜ਼ ਦੇ ਖਿਲਾਫ ਜਿਹੜਾ ਇੱਕ ਬਣੀ ਹੋਈ ਹੈ ਪਰਸੈਪਸ਼ਨ, ਇੱਕ ਬਣਿਆ ਹੋਇਆ ਕਿ ਇਹ ਹਿੰਦੂਤਵ ਦੀ ਗੱਲ ਕਰਦੀ ਹੈ ਬੀਜੇਪੀ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ, ਅਸੀਂ ਉਸ ਚੀਜ਼ ਦੇ ਖਿਲਾਫ ਹਾਂ, ਖਿਲਾਫ ਰਵਾਂਗੇ। ਪਰ ਗੱਲ ਇਹ ਹੈ ਕਿ ਜਿੰਨੀ ਚੀਜ਼ ਉਹ 'ਚ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ ਹੁਣ ਉਨੀ, ਇਹ ਤਾਂ ਠੀਕ ਹੈ ਇਕੱਠੇ ਹੈ, ਸਾਡੀ ਗੱਲ ਕਰਦੇ ਅਸੀਂ ਬੀਜੇਪੀ ਦੇ ਨਾਲ ਅੰਦਰੋਂ ਇਕੱਠੇ ਆ ਬਾਹਰੋਂ ਇਕੱਠੇ, ਜੋ ਅਸੀਂ ਆ ਅੰਦਰੋਂ ਬਾਹਰੋਂ ਉਹ ਸਾਹਮਣੇ ਹੈ, ਸਾਡਾ ਕੋਈ ਗੱਠਜੋੜ ਨਹੀਂ ਹੈ। ਤੁਹਾਡਾ ਗੱਠਜੋੜ ਹੋ ਚੁੱਕਿਆ, ਅੱਜ ਵੀ ਤੁਹਾਡੇ ਦੋਵੇਂ ਲੀਡਰ ਪੰਜਾਬ ਦੇ ਅਲੱਗ-ਅਲੱਗ ਸਟੇਟਮੈਂਟਾਂ ਦੇ ਰਹੇ, ਅੰਦਰੋਂ ਤੁਸੀਂ ਠੀਕ ਹੈ। ਚਲੋ ਛੋਟਾ ਜਿਹਾ ਸਟੇਟਮੈਂਟ ਨੂੰ ਮੈਂ ਜੈਬਾਂਸ਼ ਜੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਮੈਂ ਉਹਨਾਂ ਦਾ ਰੁਕ ਕਰਾਂਗਾ, ਪਰ ਪਹਿਲਾਂ ਕੰਗ ਜੀ ਕੁਝ ਕਹਿਣਾ ਚਾਹ ਰਹੇ ਨੇ। ਕੰਗ ਜੀ। ਨਹੀਂ ਮੈਂ ਤੇ ਕਹਿ ਰਿਹਾ ਕਿ ਅਸੀਂ ਤੇ ਸੰਵਿਧਾਨ ਬਚਾਉਣ ਲਈ ਇਕੱਠੇ ਹੋਏ ਆ, ਅਸੀਂ ਕਿਹੜਾ ਕਿਹਾ ਨਹੀਂ, ਕਿਉਂਕਿ ਆਹੀ ਤੇ ਮੈਂ ਆਪਣੀ ਟੀਮ ਨੂੰ ਕਹਾਂਗਾ ਜੈਬਾਂਸ਼ ਜੀ ਨੂੰ ਅਸੀਂ ਫੋਨ ਲਾਈਨ ਤੇ ਜੋੜ ਲਈਏ, ਜਿਹਨਾਂ ਤੱਕ ਆਵਾਜ਼ ਨਹੀਂ ਸਾਡੀ ਪਹੁੰਚ ਰਹੀ, ਕੁਝ ਨੈਟਵਰਕ ਦਾ ਇਸ਼ੂ ਨਜ਼ਰ ਆ ਰਿਹਾ ਹੈ, ਅਸੀਂ ਫੋਨ ਲਾਈਨ ਤੇ ਜੋੜ ਲਈ ਉਹਨਾਂ ਨੂੰ। ਗੌਰਵ ਜੀ, ਕੰਗ ਜੀ ਆਪਣੀ ਗੱਲ ਕੰਪਲੀਟ ਕਰ ਲਓ। ਗੌਰਵ ਜੀ ਮੇਰੀ ਆਵਾਜ਼ ਤੇ ਆ ਰਹੀ ਹੈ ਨਾ, ਤੁਸੀਂ ਮੇਰੀ ਸਟੇਟਮੈਂਟ ਤੇ ਲੈ ਲਓ। ਜਦੋਂ ਮੋਹਨ ਭਾਗਵਤ ਜੀ ਇਹ ਕਹਿੰਦੇ ਆ ਕਿ ਦਲਿਤ ਭਾਈਚਾਰੇ ਦੇ ਰਿਜ਼ਰਵੇਸ਼ਨ ਤੇ ਰੀਥਿੰਕ ਹੋਣਾ ਚਾਹੀਦਾ ਹੈ, ਜਦੋਂ ਮੋਹਨ ਭਾਗਵਤ ਜੀ ਕਹਿੰਦੇ ਇੰਡੀਆ ਸ਼ਬਦ ਨੂੰ ਖਤਮ ਕਰ ਦੇਣਾ ਚਾਹੀਦਾ, ਭਾਰਤ ਲਿਖਣਾ ਚਾਹੀਦਾ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈ ਕਿ ਜਿਹੜਾ ਬੁਨਿਆਦੀ ਸਟਰਕਚਰ ਹੈ ਸੰਵਿਧਾਨ ਦਾ ਉਹਨੂੰ ਖਤਮ ਕਰੋ। ਔਰ ਇਹਦੀ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਇਨਵੀਟੇਸ਼ਨ ਲੈਟਰ, ਜਿੱਥੇ G20 ਦੁਨੀਆ ਭਰ ਦੇ ਮੁਲਕਾਂ ਦੇ ਜਿਹੜੇ ਲੀਡਰ ਸਾਹਿਬਾਨ ਆ ਰਹੇ ਆ, ਇਹ ਚੁੰਡੀਆਂ ਵੱਢਦੇ ਆ। ਤੇ ਲੇਕਿਨ ਦੀਪਾ ਜੀ ਮੈਂ ਤੇ ਕਹਿ ਰਿਹਾ ਤੁਸੀਂ ਠੋਕ ਕੇ ਵਿਰੋਧ ਕਰੋ ਵੀ ਇਹ ਗਲਤ ਹੈ, ਇਹ ਛੇੜਛਾੜ ਹੈ, ਇਹ ਪ੍ਰੀਐਮਬਲ ਨਾਲ ਛੇੜਛਾੜ ਹੈ, ਇਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨਾਲ ਛੇੜਛਾੜ ਹੈ। ਦੋਨੋਂ ਸ਼ਬਦ ਹੈ, ਇੰਡੀਆ ਵੀ ਹੈ ਭਾਰਤ ਹੈ, ਜੁੜੇਗਾ ਇੰਡੀਆ ਜੀਤੇਗਾ ਭਾਰਤ, ਅਸੀਂ ਤਾਂ ਪਹਿਲਾਂ ਹੀ ਸਲੋਗਨ ਦਿੱਤਾ ਹੈ। ਔਰ ਅਸੀਂ ਤੇ ਇਸੇ ਕਰਕੇ ਸ਼ੰਕਾ ਜਤਾਈ ਸੀ ਕਿ ਭਾਜਪਾ ਅਗਰ 24 ਚ ਰਿਪੀਟ ਹੁੰਦੀ ਆ ਤੇ ਇਹਨਾਂ ਨੇ ਨਾ ਚੋਣਾਂ ਹੋਣ ਦੇਣੀਆਂ, ਨਾ ਸੰਵਿਧਾਨ ਨੂੰ ਮੰਨਣਾ ਹੈ ਔਰ ਸੰਵਿਧਾਨ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਹੈ, ਜਿਸ ਚ ਦਲਿਤ ਭਾਈਚਾਰੇ ਦੇ ਅਧਿਕਾਰ ਵੀ ਖਤਮ ਹੋ ਜਾਣੇ ਆ, ਡੈਮੋਕ੍ਰੈਟਿਕ ਸੈਟਅਪ ਵੀ ਖਤਮ ਹੋ ਜਾਣਾ। ਜੈਬਾਂਸ਼ ਜੀ, ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਜੈਬਾਂਸ਼ ਜੀ। ਹਾਂਜੀ, ਦੇਖੋ ਗੌਰਵ ਜੀ ਮੈਨੂੰ ਵੈਸੇ ਸੁਣਾਈ ਤੇ ਨਹੀਂ ਦਿੱਤਾ, ਪਰ ਥੋੜਾ ਮੈਨੂੰ ਜੋ ਕੰਗ ਜੀ ਨੇ ਕਿਹਾ ਤੇ ਸਾਰੇ ਬੁਲਾਰਿਆਂ ਨੇ ਕਿਹਾ ਉਹ ਸੁਣਾਈ ਦੇ ਰਿਹਾ ਸੀ, ਤੁਹਾਡਾ ਬਿਲਕੁਲ ਨਹੀਂ ਸੀ ਸੁਣਾਈ ਦੇ ਰਿਹਾ। ਸੋ ਜੋ ਮੈਨੂੰ ਸਮਝ ਆਈ ਹੈ ਉਹਦੇ ਬਾਰੇ ਮੈਂ ਥੋੜੀ ਜੀ ਗੱਲ ਕਰ ਦਿੰਦਾ। ਸਭ ਤੋਂ ਪਹਿਲੇ ਜੋ ਕੰਗ ਜੀ ਕਹਿ ਰਹੇ ਨੇ ਉਹ ਇਹਨਾਂ ਦਾ ਜਿਹੜਾ ਪ੍ਰੀਪੇਅਰਡ ਸਕ੍ਰਿਪਟ ਹੈਗਾ ਆਮ ਆਦਮੀ ਪਾਰਟੀ ਦਾ, ਉਹੀ ਬੋਲ ਰਹੇ ਨੇ। ਉਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਰਿਜ਼ਰਵੇਸ਼ਨ ਲੈ ਜਾਣਗੇ, ਕਨਸਪਾਇਰੇਸੀ ਥਿਊਰੀਜ਼ ਹੋ ਜਾਣਗੀਆਂ, ਸੰਵਿਧਾਨ ਨੂੰ ਇਹ ਮੰਨਦੇ ਨਹੀਂ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੀਆਂ ਧੱਜੀਆਂ ਆਮ ਆਦਮੀ ਪਾਰਟੀ ਕੱਢਦੀ ਹੈ ਨਾ ਸੰਵਿਧਾਨ ਦੀ, ਕਨਸਟੀਟਿਊਸ਼ਨ ਦੀ, ਉਹ ਹੋਰ ਕੋਈ ਕਰ ਹੀ ਨਹੀਂ ਸਕਦਾ। ਇਹਨਾਂ ਨੂੰ ਕੋਈ ਪਰਵਾਹ ਹੈ ਕਿ ਸੁਪਰੀਮ ਕੋਰਟ ਕੀ ਕਹਿੰਦਾ ਹੈ, ਨਾ ਇਹਨਾਂ ਨੂੰ ਪਰਵਾਹ ਹੈ ਕਿ ਕੋਈ ਗਵਰਨਰ ਕੀ ਕਹਿੰਦਾ ਹੈ, ਨਾ ਇਹਨਾਂ ਨੂੰ ਪਰਵਾਹ ਹੈ ਕਿ ਕੋਈ ਸੈਂਟਰ ਦੀ ਗਵਰਨਮੈਂਟ ਕੀ ਕਹਿੰਦੀ ਹੈ। ਇਹ ਕੋਈ ਆਪਣੀ ਹੀ ਦੁਨੀਆ ਦੇ ਵਿੱਚ ਰਹਿੰਦੇ ਨੇ, ਐਨਾਰਕੀ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫੇਸਿਸਟ ਇਹਨਾਂ ਦੀਆਂ ਆਈਡੀਓਲੋਜੀਜ਼ ਨੇ, ਜਿਹੜੇ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ, ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਤੇ ਪੂਰੀ ਇੱਕ ਹਿਟਲੇਰੀਅਨ ਥਾਟ ਪ੍ਰੋਸੈਸ ਲੈ ਕੇ ਚੱਲ ਰਹੇ ਨੇ। ਦੂਜੀ ਗੱਲ ਮੈਂ ਆ ਜਾਣਾ ਖੜਿਆਲ ਸਾਹਿਬ ਦੇ ਉੱਤੇ। ਖੜਿਆਲ ਸਾਹਿਬ ਦਾ ਵੀ ਮੈਨੂੰ ਪਤਾ ਸੀਗਾ ਕਿ ਉਹ ਇਹੋ ਹੀ ਕਹਿਣਗੇ ਕਿ ਇੰਡੀਆ INDIA ਕੋਲੋਂ ਬਹੁਤ ਡਰ ਗਈ ਹੈ ਬੀਜੇਪੀ। ਖੜਿਆਲ ਸਾਹਿਬ, INDI ਕੋਲੋਂ ਬੀਜੇਪੀ ਬਿਲਕੁਲ ਨਹੀਂ ਡਰਦੀ। ਸਾਨੂੰ ਪਹਿਲਾਂ ਹੀ ਪਤਾ ਹੈ ਕਿ INDI ਦੇ ਵਿੱਚ ਕੋਈ ਦਮ ਨਹੀਂ ਹੈ। ਏਦਾਂ ਵੀ ਉਹ ਕੋਲੀਸ਼ਨ ਜਿਹੜੀ ਆ ਉਹ ਕਿਤੇ ਚੱਲ ਨਹੀਂ ਰਹੀ। ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਜਿਹੜੇ ਤਰੀਕੇ ਦੇ ਨਾਲ INDI ਨੇ ਰੀਸੈਂਟਲੀ ਇੱਕ ਪਾਰਟਿਕੂਲਰ ਰਿਲੀਜਨ ਨੂੰ ਅਟੈਕ ਕੀਤਾ ਹੈ, ਸਨਾਤਨ ਧਰਮ ਨੂੰ ਅਟੈਕ ਕੀਤਾ ਹੈ, ਉਹ ਬਿਲਕੁਲ ਠੀਕ ਨਹੀਂ ਹੈ। ਤੁਹਾਨੂੰ ਉਸ ਚੀਜ਼ ਨੂੰ ਬਹੁਤ ਜ਼ੋਰ ਦੇ ਨਾਲ ਕੰਡੈਮ ਕਰਨਾ ਚਾਹੀਦਾ ਹੈ। ਜੋ ਉਹਦੇ ਸਟੈਲਿਨ ਨੇ ਕਿਹਾ ਵੈ ਉਹਨੂੰ ਤੁਹਾਨੂੰ ਕੰਡੈਮ ਕਰਨਾ ਚਾਹੀਦਾ। ਪਰ ਕੰਡੈਮ ਕਰਨ ਦੀ ਜਗ੍ਹਾ ਤੁਹਾਡੇ ਖੜਗੇ ਸਾਹਿਬ ਉਹਦੀ ਕਰੀ ਜਾ ਰਹੇ ਨੇ, ਸਰਾਹਨਾ ਕਰੀ ਜਾ ਰਹੇ ਨੇ। ਜੀ
ਉਤੋਂ ਦੀ ਮਮਤਾ ਬੈਨਰਜੀ ਜਿਹੜੇ ਤਰੀਕੇ ਨਾਲ ਚੱਲ ਰਹੀ ਹੈ, ਸੋ ਦੇਅਰਫੋਰ ਅਗਰ ਕੋਈ ਇੱਕ ਇੱਥੇ ਜਾਤੀ ਤੇ ਜਾਤ ਪਾਤ ਦੇ ਉੱਤੇ ਕੋਈ ਡਿਵੀਜ਼ਨਸ ਲਿਆਣੀਆਂ ਚਾਹੁੰਦਾ ਹੈ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਉਹ ਜਿਹੜੀ ਆਪੋਜੀਸ਼ਨ ਹੈ ਨਾ INDIA ਇਹ ਲੈ ਕੇ ਆਣਾ ਚਾਹੁੰਦੀ ਹੈ। ਬੀਜੇਪੀ ਦੀ ਕੋਈ ਐਸੀ ਮਨਸ਼ਾ ਨਹੀਂ ਹੈ। ਮੈਂ ਤਾਂ ਤੁਹਾਨੂੰ ਪਹਿਲੇ ਦੱਸ ਦਿੱਤਾ ਹੈ ਕਿ ਇੰਡੀਆ ਤੇ ਭਾਰਤ ਕੋਈ ਐਸੀ ਗੱਲ ਨਹੀਂ ਹੋਈ ਹੈ ਕਿ ਅਸੀਂ ਕੋਈ ਕਨਸਟੀਟਿਊਸ਼ਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਰਿਊਮਰ ਜੀ ਚੱਲ ਰਹੇ ਨੇ। ਸੁਪਰੀਮ ਕੋਰਟ ਨੇ, ਮੈਂ ਤੁਹਾਨੂੰ ਦੱਸ ਦਵਾਂ ਗੌਰਵ ਜੀ, ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਭਾਰਤ ਦੀ PIL ਉਹਨੇ ਨਹੀਂ ਸੀ ਮੰਨੀ। ਉਹਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਤੇ ਵਰਡ ਪਹਿਲੇ ਹੀ ਹੈਗਾ ਕਨਸਟੀਟਿਊਸ਼ਨ ਦੇ ਵਿੱਚ, ਤੇ PIL ਕਿਉਂ ਮੰਨਣੀ ਹੈ। ਸੋ ਜਿਹੜੇ ਤਰੀਕੇ ਦੇ ਨਾਲ ਇਸ ਵੇਲੇ ਕੰਗ੍ਰੈਚੁਲੇਸ਼ਨ ਚੱਲ ਰਹੀਆਂ ਨੇ ਜਗ੍ਹਾ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਉਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਥਾਟ ਪ੍ਰੋਸੈਸ ਹੈ ਇਹ ਕੋਈ ਖਾਸ ਬੀਜੇਪੀ ਦੇ ਵੱਲੋਂ ਥਾਟ ਪ੍ਰੋਸੈਸ ਨਹੀਂ ਨਿਕਲੀ ਹੈ ਤੇ ਰਿਊਮਰ ਮੌਂਗਰਿੰਗ ਤੋਂ ਆਈ ਹੈ। ਇਹਦੇ ਨਾਲ ਹਿੰਦੁਸਤਾਨ ਦੀ ਜਨਤਾ ਬਹੁਤ ਖੁਸ਼ ਹੈ। ਤੇ ਲਾਸਟਲੀ ਮੈਂ ਇਹ ਕਹਿਣਾ ਚਾਹੁੰਦਾ ਕਿ ਇੰਡੀਆ ਜਿਹੜਾ ਹੈ ਉਹ ਆਪਣੀ ਆਈਡੈਂਟੀਟੀ ਭਾਰਤ ਤੋਂ ਹੀ ਲੈਂਦਾ ਹੈ। ਸੋ ਦੇਅਰਫੋਰ ਇਹਨਾਂ ਦੋਵਾਂ ਚੀਜ਼ਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਵਿਵਾਦ ਕਰਨਾ ਠੀਕ ਨਹੀਂ ਹੈ। ਠੀਕ ਹੈ ਖੜਿਆਲ ਸਾਹਿਬ ਜੀ, ਬੜੇ ਜ਼ਰੂਰੀ ਪੁਆਇੰਟਸ ਹੈ, ਮੈਨੂੰ 2 ਮਿੰਟ ਦਿਓ। ਹਾਂਜੀ ਪਲੀਜ਼, ਆਪਣੇ ਕੋਲ ਮੈਂ ਇੱਕ ਕਮੈਂਟ ਹੀ ਲੈ ਪਾਉਂਗਾ, ਥੋੜੇ ਟਾਈਮ ਬਹੁਤ ਸੀਮਿਤ ਹੋਏਗਾ ਆਪਣੇ ਕੋਲ। ਜੀ ਪਲੀਜ਼ ਤੁਸੀਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਆਦਤ ਹੋ ਚੁੱਕੀ ਹੈ ਸਾਡੇ ਸੰਵਿਧਾਨ ਨੂੰ ਅੰਡਰਮਾਈਨ ਕਰਨ ਦੀ ਤੇ ਸੁਪਰੀਮ ਕੋਰਟ ਨੂੰ ਅੰਡਰਮਾਈਨ ਕਰਨ ਦੀ। ਗੌਰਵ ਜੀ, ਜੋ ਗਾਰਡੀਅਨ ਆਫ ਕਨਸਟੀਟਿਊਸ਼ਨ ਹੈ, ਰਖਵਾਲਾ ਸੰਵਿਧਾਨ ਦਾ, ਇਹਨਾਂ ਨੇ ਕੀ 2020 ਦੇ ਵਿੱਚ ਪਟੀਸ਼ਨ ਡਿਸਮਿਸ ਕੀਤੀ ਸੀ ਚੀਫ ਜਸਟਿਸ ਆਫ ਇੰਡੀਆ CJ ਬੋਬੜੇ ਸਾਹਿਬ ਨੇ। ਕੀ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪਤਾ? ਉਹ ਪਟੀਸ਼ਨ ਦੇ ਵਿੱਚ ਡਿਮਾਂਡ ਉੱਠੀ ਸੀਗੀ ਵੀ ਭਾਰਤ ਕਰ ਦਿੱਤਾ ਜਾਵੇ ਦੇਸ਼ ਦਾ ਨਾਮ ਇੰਡੀਆ ਤੋਂ ਭਾਰਤ। ਦੂਜਾ, ਉਦੋਂ ਪਹਿਲਾਂ ਇੱਕ ਹੋਰ ਪਟੀਸ਼ਨ ਡਿਸਮਿਸ ਹੋਈ ਸੀ 2016 ਦੇ ਵਿੱਚ, ਜਿਹੜੀ CJ TS ਠਾਕੁਰ ਸਾਹਿਬ ਨੇ ਡਿਸਮਿਸ ਕੀਤੀ ਸੀਗੀ। ਸੋ 2 ਦਫਾ 2 ਵੱਖਰੇ ਚੀਫ ਜਸਟਿਸ ਆਫ ਇੰਡੀਆਜ਼ ਨੇ ਡਿਸਮਿਸ ਕੀਤਾ ਹੈ ਪਟੀਸ਼ਨ ਨੂੰ, ਜਿਹਨੇ ਡਿਮਾਂਡ ਕੀਤੀ ਵੀ ਨਾਮ ਬਦਲਿਆ ਜਾਵੇ, ਇੰਡੀਆ ਤੋਂ ਭਾਰਤ ਕਰ ਦਿੱਤਾ ਜਾਵੇ। ਉਹਦੇ ਬਾਵਜੂਦ ਬੀਜੇਪੀ ਇਹ ਜਾਣਨ ਦੇ ਬਾਵਜੂਦ, ਕਿਉਂਕਿ ਇਹਨਾਂ ਦੇ ਰਜੀਮ ਦੇ ਵਿੱਚ ਹੋਇਆ ਹੈ, ਇਹਨਾਂ ਦੇ ਰਾਜ ਦੇ ਵਿੱਚ ਹੋਈਆਂ ਇਹ ਚੀਜ਼ਾਂ, ਉਹਦੇ ਬਾਵਜੂਦ ਬੀਜੇਪੀ ਇਹ ਕਰ ਰਹੀ ਹੈ। ਇਹਦਾ ਮਤਲਬ ਹੈ ਕਿ ਸਾਡੇ ਸੁਪਰੀਮ ਕੋਰਟ ਨੂੰ, ਸਾਡੀ ਜੁਡੀਸ਼ਰੀ ਨੂੰ,